ਕਿਸੇ ਕਲਾਕਾਰ ਨੂੰ ਕਿਵੇਂ ਦਾ ਲੱਗੂਗਾ ਜਦੋਂ ਕਿਸੇ ਗਾਣੇ ਦੀ ਰਿਕਾਰਡਿੰਗ ਤੇ ਜਾਵੇ ਤਾਂ ਪੁਲਿਸ ਵਾਲੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣ ਇਹ ਕਹਿ ਕੇ ਕਿ ਤੂੰ ਚੋਰ ਹੈ। ਇਹ ਗੱਲ ਸੱਚੀ ਹੈ ਤੇ ਕਿਸੇ ਕਲਾਕਾਰ ਦੇ ਨਾਲ ਵਾਪਰੀ ਹੈ। ਇਹ ਗੱਲ ਹੋ ਰਹੀ ਹੈ ਜੀ ਸਰਦੂਲ ਸਿਕੰਦਰ ਸਾਹਿਬ ਦੀ। ਸਰਦੂਲ ਸਾਹਿਬ ਨੂੰ ਅੱਜ ਅਸੀਂ ਇਸ ਕਰਕੇ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਉਹਨਾਂ ਦੀ ਦੂਜੀ ਬਰਸੀ ਹੈ। 2 ਸਾਲ ਹੋ ਗਏ ਨੇ ਜੀ ਸਰਦੂਲ ਸਾਹਿਬ ਨੂੰ ਇਸ ਦੁਨੀਆ ਨੂੰ ਗਏ ਹੋਏ। 24 ਫਰਵਰੀ 2021 ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਰਦੂਲ ਸਾਹਿਬ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹਨਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਜ਼ਿਆਦਾ ਗਾਣੇ ਗਾਏ, ਪੰਜਾਬ ਦੀ ਆਡੀਅנס ਨੂੰ ਨਚਾਇਆ ਵੀ, ਰਵਾਇਆ ਵੀ। ਸਿਰਫ ਪੰਜਾਬ ਹੀ ਨਹੀਂ ਬਲਕਿ ਓਵਰਸੀਜ਼ ਬੈਠੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਵੀ ਉਹਨਾਂ ਨੇ ਆਪਣੇ ਗਾਣੇ ਪਹੁੰਚਾਏ ਤੇ ਉਹ ਵੀ ਅੱਜ ਸਰਦੂਲ ਸਾਹਿਬ ਦੇ ਗਾਣਿਆਂ ਨੂੰ ਸੁਣ ਕੇ ਉਹਨਾਂ ਨੂੰ ਯਾਦ ਕਰਦੇ ਨੇ। ਸਰਦੂਲ ਸਾਹਿਬ ਦੀ ਗੱਲ ਕਰੀਏ ਤਾਂ ਬਹੁਤ ਘੱਟ ਪੈਸੇ ਹੁੰਦੇ ਸਨ ਉਹਨਾਂ ਕੋਲ ਜਦੋਂ ਉਹਨਾਂ ਨੇ ਆਪਣੇ ਮਿਊਜ਼ਿਕ ਦੀ ਜਰਨੀ ਸ਼ੁਰੂ ਕੀਤੀ। ਦਿੱਲੀ ਜਾਣਾ ਹੁੰਦਾ ਸੀ ਉਹਨਾਂ ਨੇ, ਦਿੱਲੀ ਜਾਣ ਵਾਸਤੇ ਪੈਸੇ ਨਹੀਂ ਸੀ ਹੁੰਦੇ ਤਾਂ ਨਿਊਜ਼ਪੇਪਰ ਵਾਲੀ ਜਿਹੜੀ ਵੈਨ ਹੁੰਦੀ ਸੀ ਉਹਦੇ ਵਿੱਚ ਬੈਠ ਕੇ ਸਰਦੂਲ ਸਾਹਿਬ ਜਾਂਦੇ ਸਨ। 30 ਤੋਂ 35 ਰੁਪਏ ਜਾਣ ਦਾ ਕਿਰਾਇਆ ਹੁੰਦਾ ਸੀ ਉਸ ਵੇਲੇ, ਪਰ ਸਰਦੂਲ ਸਾਹਿਬ ਉਸ ਵੈਨ ਵਾਲੇ ਨੂੰ ਸਿਰਫ 10 ਰੁਪਏ ਦਿੰਦੇ ਸਨ ਤੇ ਵੈਨ ਦੇ ਵਿੱਚ ਬੈਠ ਕੇ ਦਿੱਲੀ ਚਲੇ ਜਾਂਦੇ ਸਨ। ਹੁਣ ਰਸਤੇ ਦੇ ਵਿੱਚ ਸਰਦੂਲ ਸਾਹਿਬ ਦੀ ਮਰਜ਼ੀ ਨਾਲ ਗੱਡੀ ਕਿਤੇ ਵੀ ਨਹੀਂ ਸੀ ਰੁਕਦੀ। ਸਿਰਫ ਜੋ ਗੱਡੀ ਦਾ ਡਰਾਈਵਰ ਸੀ ਉਹ ਆਪਣੀ ਮਰਜ਼ੀ ਦੇ ਨਾਲ ਗੱਡੀ ਰੋਕਦਾ ਸੀ ਜੇ ਉਹਨੇ ਚਾਹ ਪੀਣੀ ਹੈ ਜਾਂ ਕਿਤੇ ਬਾਹਰ ਜਾਣਾ ਹੈ। 4 ਵਜੇ ਸਵੇਰੇ ਉਹ ਗੱਡੀ ਦਿੱਲੀ ਪਹੁੰਚ ਜਾਂਦੀ ਸੀ ਤੇ ਸਰਦੂਲ ਸਾਹਿਬ ਸਵੇਰੇ 4 ਵਜੇ ਪਹੁੰਚ ਕੇ ਦਿੱਲੀ ਦੇ ਬੱਸ ਸਟੈਂਡ ਤੇ ਜਾ ਕੇ ਬੈਠੇ ਰਹਿੰਦੇ ਸਨ। ਕਦੀ ਘਾਹ ਤੇ ਲੇਟ ਜਾਂਦੇ ਸਨ, ਸੌਂ ਜਾਂਦੇ ਸਨ ਤੇ ਉੱਥੇ ਹੀ ਪੁਲਿਸ ਵਾਲੇ ਆ ਕੇ ਧੱਕੇ ਮਾਰ ਕੇ ਉਹਨਾਂ ਨੂੰ ਲਾਠੀਆਂ ਮਾਰ ਕੇ ਬਾਹਰ ਭਜਾ ਦਿੰਦੇ ਸਨ, ਇਹ ਕਹਿ ਕੇ ਕਿ ਦਿਨ ਵੇਲੇ ਤੁਸੀਂ ਪਾਕਟ ਮਾਰਦੇ ਹੋ ਤੇ ਇੱਥੇ ਆ ਕੇ ਤੁਸੀਂ ਸੌਂ ਜਾਂਦੇ ਹੋ। ਤੇ ਉਸ ਤੋਂ ਬਾਅਦ ਜਦੋਂ ਦਿੱਲੀ ਜਾ ਕੇ ਕੰਪਨੀ ਦੇ ਵਿੱਚ ਉਹਨਾਂ ਨੇ ਰਿਕਾਰਡ ਕਰਨਾ ਹੁੰਦਾ ਸੀ ਗਾਣਾ ਤਾਂ ਕੰਪਨੀ ਵਾਲੇ ਉਹਨਾਂ ਦੀ ਸ਼ਕਲ ਵੇਖ ਕੇ, ਉਹਨਾਂ ਦੇ ਕੱਪੜੇ ਵੇਖ ਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਸਨ ਕਿ ਇਹ ਕਲਾਕਾਰ ਕਿਵੇਂ ਬਣੂਗਾ, ਇਹਦੇ ਕੋਲ ਤੇ ਪਾਉਣ ਨੂੰ ਕੱਪੜੇ ਨਹੀਂ ਹੈਗੇ। ਤੇ ਨਾਲ ਉਹ ਇਹ ਕਹਿੰਦੇ ਸਨ ਕਿ ਅਸੀਂ ਨਵੇਂ ਆਰਟਿਸਟ ਦੇ ਨਾਲ ਰਿਸਕ ਨਹੀਂ ਲੈ ਸਕਦੇ। ਤਾਂ ਉਹਨਾਂ ਨੂੰ ਗਾਉਣ ਦਾ ਮੌਕਾ ਉਦੋਂ ਮਿਲਿਆ ਜਦੋਂ ਉਹਨਾਂ ਨੇ ਤੂੰਬੀ ਵਜਾਉਣੀ ਸ਼ੁਰੂ ਕੀਤੀ। ਕਿਸੇ ਕਲਾਕਾਰ ਦੇ ਨਾਲ ਉਹ ਸਟੂਡੀਓ ਗਏ ਸਨ ਬੈਕਗਰਾਊਂਡ ਦੇ ਵਿੱਚ ਤੂੰਬੀ ਵਜਾਉਣ ਵਾਸਤੇ ਤੇ ਜਦੋਂ ਸਟੂਡੀਓ ਤੋਂ ਬਾਹਰ ਆਏ ਤਾਂ ਉਹਨਾਂ ਨੇ ਗੁਣਗੁਣਾਉਣਾ ਸ਼ੁਰੂ ਕਰਤਾ। ਹੁਣ ਕਲਾਕਾਰ ਆਰਾਮ ਨਾਲ ਵਿਹਲਾ ਬੈਠਾ ਹੋਵੇ ਤਾਂ ਉਹ ਗਾਏਗਾ ਹੀ। ਤਾਂ ਜਦੋਂ ਸਰਦੂਲ ਸਾਹਿਬ ਗਾ ਰਹੇ ਸਨ ਤਾਂ ਸਟੂਡੀਓ ਦੇ ਜੋ ਮਜੀਸ਼ੀਅਨ ਸਨ ਉਹ ਹੈਰਾਨ ਹੋ ਗਏ ਇਸ ਆਵਾਜ਼ ਨੂੰ ਸੁਣ ਕੇ। ਉਹ ਸਰਦੂਲ ਸਾਹਿਬ ਕੋਲ ਗਏ, ਉਹਨਾਂ ਨੇ ਪੁੱਛਿਆ ਕਿ ਇਹ ਗਾਣਾ ਤੁਸੀਂ ਗਾ ਰਹੇ ਸੀ? ਤਾਂ ਸਰਦੂਲ ਸਾਹਿਬ ਡਰ ਗਏ ਕਿ ਸ਼ਾਇਦ ਮੇਰੀ ਆਵਾਜ਼ ਸਟੂਡੀਓ ਦੇ ਅੰਦਰ ਚਲੀ ਗਈ ਤੇ ਰਿਕਾਰਡਿੰਗ ਖਰਾਬ ਹੋ ਗਈ ਹੈ। तो सरदूल साहब ने डरते कहा कि हाँ मैं ही गाया पर सॉरी मैं अगे तो नहीं गाऊंगा। पर मजीशियंस कहते तुसीं बहुत सोहना गाते पे हो तो सरदूल साहब नूं स्टूडियो के अंदर लै गए। उत्थे मिले उन्होंने चरणजीत आहूजा साहब। चरणजीत आहूजा साहब ने सरदूल साहब की गायकी नूं सुनिया ते अपने लैटर हैड ते कढ़ के उन्होंने डेट दे दी ते सरदूल साहब नूं कहा कि साडे स्टूडियो आ के तुसीं गाना गाओ। सरदूल साहब ने फिर गाना रिकॉर्ड किया जिसका नाम है रोडवेज दी लारी। तो वह गाना इन्ना ज़्यादा मशहूर होया, इन्ना ज़्यादा पसंद किया गया लोगों वालों कि अज भी वो गाना लोग सुनते हैं। सरदूल साहब के करियर की गल करिए तो जिवें कि मैं पहला भी दस्सिया कि सरदूल साहब ने अपने गाणिਆਂ ते सानू नचाया भी ते रवाया भी। उन्होंने जेकर नचण वाले गाणिਆਂ की गल करिए तो एक चरखा गली दे विच डालिया गाना इन्ना ज़्यादा सुनिया जाता है अज भी। तो सरदूल साहब भी यही कहते सन कि 2 ही चरखे मशहूर हुए ने, एक बापू गांधी का ते एक साडा। इस करके सरदूल साहब ने गाणिਆਂ की झड़ी ला दी, चाहे वह भंगड़े वाले गाने होण चाहे सैड सॉन्ग्स होण। सरदूल साहब ने गाणिਆਂ ਦੇ ਵਿੱਚ अपनी आवाज़ दे के उन्होंने गाणिਆਂ ਨੂੰ अमर कर दिता। सरदूल साहब ने गाणिਆਂ ਦੇ ਵਿੱਚ अपनी आवाज़ दे के उन्होंने गाणिਆਂ ਨੂੰ अमर कर दिता। सरदूल साहब के आखिरी वेलिਆਂ की गल करिए तो मल्टीपल ऑर्गन डिसऑर्डर की वजह तो सरदूल साहब ਨੂੰ इस दुनिया ਨੂੰ अलविदा कहना ਪਿਆ। 24 फरवरी साल 2021 ਨੂੰ सरदूल साहब मोहाली के एक निजी हस्पताल ਦੇ ਵਿੱਚ एडमिट सन। ਉੱਥੇ ਹੀ ਖਬਰ ਮਿਲਦੀ ਹੈ ਉਹਨਾਂ ਦੇ ਚਾਹਣ ਵਾਲਿਆਂ ਨੂੰ ਕਿ ਸਰਦੂਲ ਸਾਹਿਬ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ। ਪਰ ਸਰਦੂਲ ਸਾਹਿਬ ਦੀ ਲੈਗੇਸੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਅਮਰ ਨੂਰੀ ਜੀ ਨੇ, ਉਹਨਾਂ ਦੇ 2 ਬੇਟੇ ਆਲਾਪ ਤੇ ਸਾਰੰਗ ਨੇ ਜੋ ਉਹਨਾਂ ਦੀ ਹੀ ਜਰਨੀ ਨੂੰ ਅੱਗੇ ਲੈ ਕੇ ਜਾਂਦੇ ਪਏ ਨੇ। ਜੇਕਰ ਸਰਦੂਲ ਸਾਹਿਬ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਗਾਣੇ ਅੱਜ ਵੀ ਅਮਰ ਹੀ ਨੇ। ਤੁਹਾਡਾ ਕਿਹੜਾ ਮਨਪਸੰਦੀਦਾ ਗਾਣਾ ਹੈ ਸਰਦੂਲ ਸਾਹਿਬ ਦਾ ਤੇ ਤੁਸੀਂ ਕਿੰਨਾ ਕੁ ਯਾਦ ਕਰਦੇ ਹੋ ਸਰਦੂਲ ਸਿਕੰਦਰ ਨੂੰ? ਆਪਣੀ ਰਾਏ ਜ਼ਰੂਰ ਦਿਓ ਤੇ ਦੇਖਦੇ ਰਹੋ ਸਾਡਾ ਚੈਨਲ ਫਿਲਮੀ ਜੰਕਸ਼ਨ।